सतनाम श्री वाहिगुरु साहिब जीओ। ज्यों बोला वह त्यों बोलह स्वामी, कुदरत कवन हमारी। साध संग नानक जस गायो, जो प्रभ की अत प्यारी। मूक उच्चरै शास्त्र खट, पिंग गिरन चढ़ जाय। अंध लखै बदरो सुनै, जाओ काल कृपा कराय। कहा बुद्ध प्रभ तुष हमारी, वर न सकै महिमा जो तिहारी। हम न सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। सतनाम श्री वाहिगुरु साहिब जीओ। सावण सरसी कामणी, चरण कमल से प्यार। मन तन रता सच रंग, इको नाम आधार। सावण सरसी कामणी। वाहिगुरु जी का खालसा, वाहिगुरु जी की फतेह। वालिगे कुल आलम सरवरे कायनात, दो जहां के वाली। दसां ही पातशाहियां जी दी प्रतख जोत, गुरता गद्दी ते विराजमान सतगुरु। धन धन सतगुरु श्री गुरु ग्रंथ साहिब महाराज जी की पावन पवित्र हजूरी अंदर गोद अंदर जुड़े बैठे गुरु प्यारे गुरु सवारे सतसंगी जनों। भाई आपां सारे ही वड्डियां भागां वाले हाँ, जिन्हां नूं सतगुरां ने अपने चरनां विच जुड़न दा सोहना सुभागा समा अवसर बख्शिश कीता है। सो साध संगत जीओ, अज पावन पवित्र संगरांद का दिहाड़ा है ते संगरांद के दिहाड़े नूं मुख रखदिआं होइआं सतगुरु पातशाह जी ने अमृत वेले तो लैके आपां नूं संघासणां ते सज के दर्शन बख्शियां कीते हन। सो साध संगत जीओ, गुरु साहिब जी की कृपा दे नाल पिछला महीना वाहिगुरु दे भाणे दे अंदर सुखा आनंदा भरिया बतीत होया ते महाराज जी मेहर करन तरस करन। अज जो पावन पवित्र संगरांद का दिहाड़ा है ते आउण वाला जो समय वो सुखा आनंदा भरिया वाहिगुरु दी नाम बाणी भजन बंदगी दे संग सेवा सिमरन दे संग बतीत होवे। सो सार संगत जीओ, आओ हुण आपो अपनी सुरती विरती नूं आपां धन धन सतगुरु श्री गुरु अर्जन देव महाराज जी दे चरनां दे विच लैके चल गए। सो एक बार दी गलबात है कि सतगुरु जी के चरनां दे विच एक विद्वान पंडित आया, ब्राह्मण आया, आके बेनती की महाराज जी आज जे चरनी बेनती है। मैं सुनिया निमाणियां नूं माण मिलदा है, निताणियां नूं ताण मिलदा। गुरु नानक देव महाराज जी के घर दे विचों मेरी तुहाडे तार चरनां विच जोदड़ी है।
ਮਹਾਰਾਜ ਮੈਂ ਪੜ੍ਹਿਆ ਲਿਖਿਆ ਤਾਂ ਬਹੁਤ ਹਾਂ, ਪਰ ਮੇਰੀ ਜ਼ੁਬਾਨ ਵਿੱਚ ਰਸ ਨਾ ਹੋਣ ਕਰਕੇ ਕੋਈ ਕਥਾ ਸੁਣ ਕੇ ਰਾਜੀ ਨਹੀਂ। ਮਹਾਰਾਜ ਮੇਰੀ ਬੇਨਤੀ ਹੈ, ਸੰਗਤ ਕਾਮ ਤੇ ਗਊ ਹੁੰਦੀ ਹੈ। ਮੇਰੇ ਘਰ ਦਾ ਬੜਾ ਜਿਹੜਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹੈ, ਕਿਰਪਾ ਕਰਕੇ ਚਰਨਾਂ ਵਿੱਚ ਬੈਠ ਕੇ ਮੈਨੂੰ ਗੁਰਮਤਿ ਦੇ ਅਨੁਸਾਰ ਪ੍ਰਚਾਰ ਕਰਨ ਦਾ ਮਹਾਰਾਜ ਜੀ ਬਲ ਬਖਸ਼ਿਸ਼ ਕਰੋ, ਸਮਾਂ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਜੀ ਨੇ ਬੇਨਤੀ ਪ੍ਰਵਾਨ ਕੀਤੀ, ਆਖਿਆ ਭਾਈ ਠੀਕ ਹੈ, ਗੁਰਮਤਿ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆਂ ਸੰਗਤ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਕਰਿਆ ਕਰ, ਪਰਮੇਸ਼ਰ ਦਾ ਜਸ ਕੀਰਤਨ ਕਰਿਆ ਕਰ। ਕਹਿੰਦਾ ਜੀ ਸਤ ਬਚਨ ਹੈ, ਕਥਾ ਕਰਦਾ ਰਿਹਾ। ਸੰਗਤ ਕਾਮਧੇਨ ਹੁੰਦੀ ਹੈ, ਤੋ ਸਾਰ ਸੰਗਤ ਦੀ ਸੰਗਤ ਨੇ ਕਮੀ ਕੋਈ ਨਾ ਰਹਿਣ ਦਿੱਤੀ। ਹੌਲੀ ਹੌਲੀ ਕਰਕੇ ਚੰਗੀ ਮਾਇਆ ਸ਼ਾਹ ਹੋ ਗਈ। ਸਿਆਣੇ ਕਹਿੰਦੇ ਨੇ ਮਾਵਾ ਪੱਗ ਨੂੰ ਲੱਗ ਜਾਵੇ ਤਾਂ ਪੱਗ ਆਕੜ ਜਾਂਦੀ ਹੈ, ਤੇ ਮਾਇਆ ਜੇ ਬੰਦੇ ਨੂੰ ਲੱਗ ਜਾਵੇ ਤਾਂ ਬੰਦਾ ਆਕੜ ਜਾਂਦਾ ਹੈ। ਇਹਦੀ ਮੱਤ ਤੇ ਪੜਦਾ ਪੈ ਗਿਆ, ਮਾਇਆ ਦਾ ਹੰਕਾਰ ਹੋ ਗਿਆ। ਤੇ ਇੱਕ ਦਿਨ ਦੀ ਗੱਲਬਾਤ ਹੈ। ਸੋ ਸਾਰ ਸੰਗਤ ਜੀਓ, ਚੇਤਰੀ ਸੰਗਰਾਂਦ ਵਾਲਾ ਦਿਨ ਸੀ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪੰਡਤ ਜੀ ਕਥਾ ਕਰਨੀ ਨਾ ਪਹੁੰਚੇ। ਮਹਾਰਾਜ ਸਾਹਿਬ ਜੀ ਨੇ ਉਡੀਕ ਕੀਤੀ, ਸੰਗਤਾਂ ਉਡੀਕਦੀਆਂ ਰਹੀਆਂ ਪਰ ਆਇਆ ਨਾ। ਤਾਂ ਗੁਰੂ ਸਾਹਿਬ ਜੀ ਨੇ ਉਸ ਵੇਲੇ ਭਾਈ ਗੁਰਦਾਸ ਜੀ ਹੋਰਾਂ ਨੂੰ ਭੇਜਣਾ ਕੀਤਾ। ਧੰਨ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੂੰ ਭੇਜਿਆ ਕਿ ਜਾਓ ਭਾਈ ਲੈ ਕੇ ਆਓ। ਗਏ, ਦਰਵਾਜ਼ਾ ਖੜਕਾਇਆ, ਬੇਨਤੀ ਕੀਤੀ ਕਿ ਭਾਈ ਤੈਨੂੰ ਸਤਿਗੁਰੂ ਜੀ ਯਾਦ ਕਰਦੇ ਨੇ, ਆ ਤੂੰ ਬਾਣੀ ਦੀ ਕਥਾ ਕਰ। ਤਾਂ ਉਸ ਵੇਲੇ ਕਹਿਣ ਲੱਗਾ, ਕਹਿੰਦਾ ਜੀ ਕਮਾਲ ਦੀ ਗੱਲ ਹੋ ਗਈ, ਮੈਂ ਕਥਾ ਕਿਉਂ ਕਰਾਂ? ਤੁਸੀਂ ਪੂਜਦੇ ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਉਪਦੇਸ਼ ਤੁਹਾਨੂੰ ਮੈਂ ਸੁਣਾਵਾਂ, ਇਹ ਥੋੜ੍ਹਾ ਹੈ। ਜ਼ਿਆਦਾ ਪੂਜਾ ਵੀ ਮੇਰੀ ਕਰੋ, ਕਿਉਂਕਿ ਉਪਦੇਸ਼ ਜੋ ਤੁਹਾਨੂੰ ਮੈਂ ਸੁਣਾਉਣਾ, ਸਿੱਖਿਆ ਜੋ ਮੈਂ ਸੁਣਾਉਣਾ। ਤਾਂ ਉਸ ਵੇਲੇ ਸਾਰ ਸੰਗਤ ਦੀ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਵਾਪਸ ਆ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੇ ਬੇਨਤੀ ਕੀਤੀ, ਮਹਾਰਾਜ ਆਹ ਗੱਲਬਾਤ ਹੈ ਜੀ, ਪੰਡਤ ਜੀ ਦੇ ਉੱਤੇ ਮਾਇਆ ਜ਼ਿਆਦਾ ਅਸਰ ਕਰ ਗਈ ਹੈ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ ਕਿ ਭਾਈ ਕੋਈ ਗੱਲ ਨਹੀਂ, ਕੀਰਤਨ ਕਰੋ, ਆਨੰਦ ਲਵੋ। ਤਾਂ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ, ਮਹਾਰਾਜ ਜੀ ਹਾਜ਼ਰੇ ਚਰਨੀ ਬੇਨਤੀ ਹੈ, ਸਤਿਗੁਰੂ ਮਹਾਰਾਜ ਜੀ ਜਿਵੇਂ ਆਪ ਜੀ ਨੇ ਸਾਨੂੰ ਹੋਰਾਂ ਵਹਿਮਾਂ ਭਰਮਾਂ ਤੋਂ ਕੱਢ ਕੇ ਆਪਣੇ ਚਰਨਾਂ ਨਾਲ ਜੋੜਨਾ ਕੀਤਾ, ਗੁਰਮਤਿ ਦੀ ਰੌਸ਼ਨੀ ਬਖਸ਼ਣਾ ਕੀਤੀ। ਮਹਾਰਾਜ ਸਾਹਿਬ ਜੀ ਹਾਜ਼ਰੇ ਚਰਨੀ ਬੇਨਤੀ ਹੈ, ਕਿਰਪਾ ਕਰਕੇ ਆ ਵੀ ਜਿਹੜਾ ਹੁਣ ਤੁਸੀਂ ਮਾੜੀ ਮੋਟੀ ਰਹਿੰਦ ਖੂੰਹਦ ਕੱਢ ਹੀ ਦੇਵੋ, ਕਸਰ ਕੱਢ ਦੇਵੋ। ਪਾਤਸ਼ਾਹ ਜੀ ਪੁੱਛਣ ਲੱਗੇ, ਭਾਈ ਕੀ ਕਿਹਾ, ਕੀ ਬਚਨ ਕਰਦੇ ਹੋ? ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਇਹਨਾਂ ਪੰਡਤਾਂ ਤੋਂ ਸਾਡਾ ਖਹਿੜਾ ਛੁਡਾ ਦਿਓ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲਾਂ ਹੀ 12 ਮਾਹ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਹੈ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਉਹ ਬਾਣੀ ਬਹੁਤ ਮਹਿੰਗੀ ਹੈ, ਸਥੂਲ ਬਿਰਤੀ ਵਾਲਾ ਪ੍ਰਾਣੀ ਉਹਨੂੰ ਸਮਝ ਨਹੀਂ ਸਕਦਾ। ਕਿਰਪਾ ਕਰਕੇ ਆਪ ਜੀ ਸਾਨੂੰ ਇਹੋ ਜਿਹੀ ਬਾਣੀ ਉਚਾਰਨ ਕਰੋ, ਸਾਨੂੰ ਇਹੋ ਜਿਹਾ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦੇਵੋ, ਜਿਸ ਬਾਣੀ ਨੂੰ ਪੜ੍ਹਦਿਆਂ ਸਾਰ
ਜਿਹੜੇ ਅਰਥ ਨੇ, ਜਿਹੜੇ ਮਾਇਨੇ ਨੇ, ਉਹ ਆਪਣੇ ਆਪ ਹੀ ਸਮਝ ਆਉਂਦੇ ਜਾਣ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਿਆਰਿਓ ਬੇਨਤੀ ਪ੍ਰਵਾਨ ਕਰਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ 12 ਮਾਹ ਜਿਹੜੀ ਇਹ ਗੁਰਬਾਣੀ ਹੈ ਮਾਝ ਰਾਗ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਰ ਸੰਗਤ ਦੀ ਉਹ 133 ਅੰਗ ਦੇ ਉੱਪਰ ਜੋ ਸੁਭਾਏਮਾਨ ਹੈ ਪਰ ਆਰੰਭ ਹੁੰਦੀ ਹੈ ਮਾਝ ਰਾਗ ਦੇ ਅੰਦਰ ਉਚਾਰਨ ਕੀਤੀ। ਇਹ ਬਾਣੀ ਇੰਨੀ ਸੁਖੈਨ ਹੈ ਪਿਆਰਿਓ, ਕੋਈ ਆਮ ਪ੍ਰਾਣੀ ਵੀ ਜਦੋਂ ਪੜ੍ਹਦਾ ਹੋਵੇ ਧਿਆਨ ਨਾਲ ਜੇਕਰ ਪੜ੍ਹੇਗਾ ਆਪਣੇ ਆਪ ਹੀ ਜਿਹੜੇ ਅਰਥ ਨੇ ਮਾਇਨੇ ਨੇ ਸਮਝ ਆਉਂਦੇ ਜਾਣਗੇ। ਸੋ ਸਾਰ ਸੰਗਤ ਜੀ ਉਹ ਸਤਿਗੁਰੂ ਮਹਾਰਾਜ ਨੇ ਆਪਣੇ ਤੇ ਕਿਰਪਾ ਕੀਤੀ। ਪੁਰਾਤਨ ਸਮੇਂ ਤੋਂ ਲੈ ਕੇ ਇਹ ਮਰਿਆਦਾ ਬੰਨੀ ਹੋਈ ਆ ਖਾਲਸਾ ਪੰਥ ਦੇ ਅੰਦਰ ਕਿ ਭਾਈ ਜਿੱਦੇ ਸੰਗਰਾਂਦ ਹੋਵੇਗੀ ਉਸ ਦਿਨ ਖਾਸ ਕਰਕੇ 12 ਮਾਹ ਗੁਰਬਾਣੀ ਦਾ ਜਾਪ ਹੋਵੇਗਾ ਗੁਰੂ ਨਾਨਕ ਦੇ ਘਰ ਵਿੱਚ। ਅਤੇ ਜਿਹੜਾ ਵੀ ਮਹੀਨਾ ਚੜ੍ਹਿਆ, ਜਿਹੜੇ ਮਹੀਨੇ ਦੀ ਸੰਗਰਾਂਦ ਹੈ, ਉਸੇ ਮਹੀਨੇ ਦੇ ਅਨੁਸਾਰ ਜੋ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਸਿੱਖਿਆ ਦਿੱਤੀ, ਉਹਦੇ ਸ਼ਬਦ ਦੀ ਵਿਚਾਰ ਹੋਵੇਗੀ। ਸੋ ਇਸ ਕਰਕੇ ਖਾਲਸੇ ਵੱਲੋਂ ਬੰਨੀ ਹੋਈ ਮਰਿਆਦਾ ਦੇ ਅਨੁਸਾਰ ਪਿਆਰਿਓ ਸਮਾਂ ਆਇਆ ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਹੈ। ਆਓ ਭਾਈ ਆਪੋ ਆਪਣੀ ਸੁਰਤੀ ਬਿਰਤੀ ਨੂੰ ਇਕਾਗਰ ਕਰੀਏ ਅਤੇ ਜਿਵੇਂ ਸਾਨੂੰ ਸਤਿਗੁਰੂ ਮਹਾਰਾਜ ਜੀ ਸਾਵਣ ਦੇ ਮਹੀਨੇ ਦੇ ਰਾਹੀਂ ਪਾਵਨ ਪਵਿੱਤਰ ਸਿੱਖਿਆ ਦਿੰਦੇ ਨੇ, ਉਪਦੇਸ਼ ਦਿੰਦੇ ਹਨ, ਸਰਵਣ ਕਰਕੇ ਲਾਹਾ ਲਈਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਤਿਗੁਰੂ ਮਹਾਰਾਜ ਜੀ ਸਾਨੂੰ ਇਹ ਸਿੱਖਿਆ ਦਿੰਦੇ ਨੇ ਸਾਵਣ ਦੇ ਮਹੀਨੇ ਦੁਆਰਾ ਕਿ ਭਾਈ ਇਹ ਜੀਵ ਰੂਪੀ ਇਸਤਰੀ ਸਹਿਤ ਰਸਦੇ ਹੈ। ਕਦੋਂ? ਜਦੋਂ ਸਤਿਗੁਰੂ ਜੀ ਦੇ ਮੁਬਾਰਕਬਾਦ ਚਰਨ ਕਮਲਾਂ ਦੇ ਨਾਲ ਇਸ ਜੀਵ ਰੂਪੀ ਇਸਤਰੀ ਦਾ ਪਿਆਰ ਹੋ ਜਾਵੇ। ਇਹ ਜਿਹੜਾ ਜੀਵ ਹੈ ਇਹਨੂੰ ਇੱਕ ਇਸਤਰੀ ਦੀ ਨਿਆਈ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਕਥਨ ਕੀਤਾ ਹੈ। ਅਤੇ ਵਾਹਿਗੁਰੂ ਪਰਮਾਤਮਾ ਨੂੰ ਮਰਦ, ਉਹ ਪਰਮੇਸ਼ਰ ਨੂੰ ਪਤੀ ਆਖਣਾ ਕੀਤਾ ਹੈ। ਜਿਵੇਂ ਕਿ ਬਚਨ ਆਉਂਦਾ ਠਾਕੁਰ ਏਕ ਸਬਾਈ ਨਾਰ, ਮਾਲਕ ਵਾਹਿਗੁਰੂ ਪਰਮਾਤਮਾ ਇੱਕ ਹੈ ਅਤੇ ਬਾਕੀ ਜਿੰਨੇ ਵੀ ਜੀਵ ਹਨ ਉਹ ਸਾਰੇ ਦੇ ਸਾਰੇ ਸਾਰ ਸੰਤਰੀ ਇਸਤਰੀਆਂ ਦੀ ਨਿਆਈ ਹਨ। ਸੋ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਭਾਈ ਉਹ ਜੀਵ ਰੂਪੀ ਇਸਤਰੀ ਨੂੰ ਰਸ ਆ ਗਿਆ ਜਿਹਨੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਨਾਲ ਪਿਆਰ ਪਾ ਲਿਆ। ਬੰਦਾ ਸਾਰੀ ਉਮਰ ਦੁਨਿਆਵੀ ਰਸਾਂ ਕਸਾਂ ਦੇ ਅੰਦਰ ਹੀ ਬਤੀਤ ਕਰ ਦਿੰਦਾ ਹੈ। ਸੋ ਇਹ ਗੱਲ ਦਾ ਧਿਆਨ ਰੱਖਣਾ। ਸਤਿਗੁਰੂ ਜੀ ਬਾਣੀ ਵਿੱਚ ਬਚਨ ਕਰਦੇ ਨੇ, ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਉਹ ਰਸ ਛਾਡੇ ਇਹ ਰਸ ਆਵਾ, ਇਹ ਰਸ ਪੀਆ ਉਹ ਰਸ ਨਹੀਂ ਭਾਵਾ। ਰਾਰੇ ਅੱਖਰ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਜਿਹੜਾ ਰਸ ਸੀ ਨਾ ਵਾਹਿਗੁਰੂ ਦੇ ਨਾਮ ਦਾ, ਬੰਦਗੀ ਦਾ, ਉਹਨੂੰ ਇਸ ਜੀਵ ਨੇ ਬੇਰਸਾ ਕਰਕੇ ਜਾਣਿਆ ਵੀ ਇਹ ਤਾਂ ਵਿਹਲਿਆਂ ਦੇ ਕੰਮ ਹੈ ਜੀ, ਮਾਲਾ ਫੇਰਨੀ, ਵਾਹਿਗੁਰੂ ਵਾਹਿਗੁਰੂ ਕਰਨੇ ਤਾਂ ਵਿਹਲੇ ਬੰਦਿਆਂ ਦਾ ਕੰਮ ਹੈ। ਸੋ ਸਤਿਗੁਰੂ ਜੀ ਕਹਿੰਦੇ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਜਿਹੜਾ ਬੇਰਸਾ ਸੀ ਨਾ, ਦੁਨਿਆਵੀ ਦਾ ਵਕਾਰ, ਕਾਮ ਦਾ ਵਿਸ਼ਾ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਜਿਹੜਾ ਸਵਾਦ ਸੀ, ਜਾਂ ਦੁਨਿਆਵੀ ਜਿਹੜੇ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਸਨ ਛਕਣ ਛਕਾਉਣ ਵਾਲੇ,
ਉਹਨਾਂ ਦਾ ਜਿਹੜਾ ਰਸ ਸੀ ਸਾਧ ਸੰਗਤ ਦੀ ਉਹਨੂੰ ਇਹਨੇ ਬਹੁਤ ਚੰਗਾ ਕਰਕੇ ਜਾਣਿਆ ਹੈ। ਉਹ ਬੇਰਸੇ, ਕਿਉਂਕਿ ਰਸਨਾ ਤੱਕ ਹੀ ਉਹਦਾ ਕੰਮ ਹੈ। ਜਿੰਨਾ ਚਿਰ ਤੱਕ ਸਾਧ ਸੰਗਤ ਦੀ ਕੋਈ ਵੀ ਪਦਾਰਥ ਛਕਣ ਛਕਾਉਣ ਵਾਲਾ ਆਪਣੀ ਜ਼ੁਬਾਨ 'ਤੇ ਰਹਿੰਦਾ, ਉਨਾ ਚਿਰ ਤੱਕ ਹੀ ਉਹਦਾ ਸਵਾਦ ਹੈ। ਜ਼ੁਬਾਨ ਤੋਂ ਗਾਂਹ ਲੰਘ ਗਿਆ, ਗਲੇ ਤੋਂ ਤਾਂ ਹੋ ਗਿਆ, ਫਿਰ ਉਹਦਾ ਕੋਈ ਸਵਾਦ ਨਹੀਂ ਜੀ ਆਉਂਦਾ। ਦੁਬਾਰੇ ਆਉਂਦਾ ਕੋਈ ਸਵਾਦ? ਕੋਈ ਨਹੀਂ ਆਉਂਦਾ। ਸੋ ਸਾਧ ਸੰਗਤ ਜੀਓ, ਇਹ ਇੱਕ ਸਿਰਫ ਦੀ ਸਿਰਫ ਰਸ ਹੈ, ਜ਼ੁਬਾਨ ਦਾ ਚਸਕਾ ਹੀ ਹੈ, ਇੱਦੋਂ ਵੱਧ ਹੋਰ ਕੁਝ ਵੀ ਨਹੀਂ। ਮਹਾਰਾਜ ਕਹਿੰਦੇ ਵੇਖ ਲਓ ਭਾਈ, ਜਿਹੜੇ ਬੇਰਸੇ ਸਵਾਦ ਦੇ ਪਦਾਰਥ ਸਨ ਉਹਨਾਂ ਨੂੰ ਬੜਾ ਆਨੰਦਮਈ ਜਾਣਿਆ। ਪਾਤਸ਼ਾਹ ਜੀ ਕਹਿੰਦੇ ਇਹ ਰਸ ਛਾੜੇ ਉਹ ਰਸ ਭਾਵਾ, ਜਿਹੜੇ ਦੁਨਿਆਵੀ ਸਵਾਦ ਛੱਡ ਦਿੱਤੇ। ਇਹਨਾਂ ਤੋਂ ਬੰਦਾ ਤਾਂ ਉੱਠਿਆ ਕਿ ਇੱਦੋਂ ਵੀ ਗਾਂਹ ਕੁਝ ਹੈਗਾ, ਫਿਰ ਇਹਨੂੰ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਆਉਂਦਾ। ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਦੋਂ ਉਹ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਪੀ ਲਵੇ, ਫਿਰ ਇਹ ਦੁਨਿਆਵੀ ਰਸ ਸਵਾਦ ਚੰਗੇ ਹੀ ਨਹੀਂ ਲੱਗਦੇ ਬੰਦੇ ਨੂੰ। ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਰਗਾ ਸਾਧ ਸੰਗਤ ਦੀ ਮਿੱਠਾ, ਵਾਹਿਗੁਰੂ ਦੇ ਨਾਮ ਵਰਗਾ ਆਨੰਦ ਸਵਾਦ ਕਿਤੇ ਹੋਰ ਹੈ ਹੀ ਨਹੀਂ। ਕਹਿੰਦੇ ਵੀ ਇੱਕ ਵਾਰ ਦੀ ਗੱਲਬਾਤ ਹੈ, ਭਗਤ ਫਰੀਦ ਸਾਹਿਬ ਜੀ ਜਿਹੜੇ ਸਨ, ਜਦੋਂ ਬਚਪਨ ਦੇ ਵਿੱਚ ਸਨ ਪਿਆਰਿਓ, ਤਾਂ ਮਾਤਾ ਨੇ ਪਰਮੇਸ਼ਰ ਦੇ ਲੜ ਲਾਉਣ ਦੇ ਵਾਸਤੇ ਆਖਿਆ ਕਿ ਪੁੱਤਰ ਪਰਮਾਤਮਾ ਦੀ ਬੰਦਗੀ ਕਰਿਆ ਕਰ, ਨਵਾਜ਼ ਪੜ੍ਹਿਆ ਕਰ। ਤਾਂ ਭਗਤ ਫਰੀਦ ਜੀ ਨੇ ਬਚਨ ਕੀਤਾ, ਮਾਤਾ ਉਹਦੀ ਨਵਾਜ਼ ਪੜ੍ਹਨ ਨਾਲ ਕੀ ਮਿਲੇਗਾ? ਤਾਂ ਤੁਹਾਨੂੰ ਪਤਾ ਵੀ ਬੱਚਿਆਂ ਦਾ ਮਿੱਠੇ ਨਾਲ ਬੜਾ ਪਿਆਰ ਹੁੰਦਾ ਹੈ। ਤਾਂ ਭਗਤ ਫਰੀਦ ਸਾਹਿਬ ਜੀ ਦੇ ਤਾਈ ਮਾਤਾ ਨੇ ਆਖਿਆ ਕਿ ਪੁੱਤਰ ਜੇਕਰ ਤੂੰ ਖੁਦਾ ਦੀ ਬੰਦਗੀ ਕਰੇਗਾ, ਨਵਾਜ਼ ਪੜ੍ਹੇਗਾ, ਪਰਮਾਤਮਾ ਤੈਨੂੰ ਸ਼ੱਕਰ ਦੇਵੇਗਾ। ਬੜੇ ਖੁਸ਼ ਹੋਏ। ਸਾਧ ਸੰਗਤ ਦੀ ਉਹ ਨਵਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਮੁਸੱਲਾ ਥੱਲੇ ਵਿਛਾ ਲੈਣਾ, ਜਦੋਂ ਨੇਤਰ ਬੰਦ ਕਰਕੇ ਨਵਾਜ਼ ਅਦਾ ਕਰਨੀ, ਨਵਾਜ਼ ਪੜ੍ਹਨੀ, ਤਾਂ ਮਾਂ ਨੇ ਪਿਆਰ ਨਾਲ ਮਲਕ ਦੇਣੇ ਸਾਧ ਸੰਗਤ ਦੀ ਮੁਸੱਲੇ ਦੇ ਥੱਲੇ, ਤੇ ਥੋੜ੍ਹੀ ਜਿਹੀ ਸ਼ੱਕਰ ਰੱਖ ਦੇਣੀ। ਮਸੱਲਾ ਕਿਹਨੂੰ ਕਹਿੰਦੇ ਨੇ? ਜਦੋਂ ਮੁਸਲਮਾਨ ਵੀਰ ਭਰਾ ਨਵਾਜ਼ ਪੜ੍ਹਦੇ ਨੇ ਤਾਂ ਥੱਲੇ ਕੱਪੜਾ ਵਿਛਾਉਂਦੇ ਨੇ। ਉਹ ਜਿਹੜਾ ਪੁੰਜੇ ਕੱਪੜਾ ਵਿਛਾਇਆ ਜਾਂਦਾ ਉਹਨੂੰ ਮਸੱਲਾ ਆਖਿਆ ਜਾਂਦਾ ਹੈ। ਤਾਂ ਉਸ ਵੇਲੇ ਸਾਧ ਸੰਗਤ ਜਦੋਂ ਮਸੱਲਾ ਇਕੱਠਾ ਕਰਨਾ, ਕੱਪੜਾ ਇਕੱਠਾ ਕਰਨਾ, ਥੱਲੇ ਸ਼ੱਕਰ ਵੇਖ ਕੇ ਭਗਤ ਫਰੀਦ ਸਾਰੇ ਬੜਾ ਖੁਸ਼ ਹੋਣਾ ਕਿ ਲੋ ਜੀ ਖੁਦਾ ਨੇ ਮੈਨੂੰ ਸ਼ੱਕਰ ਦਿੱਤੀ ਹੈ। ਕਰਦਿਆਂ ਕਰਦਿਆਂ ਵੱਡੇ ਹੋ ਗਏ। ਇੱਕ ਦਿਨ ਐਸਾ ਆਇਆ, ਮਾਤਾ ਜੀ ਵੀ ਬੰਦਗੀ ਵਿੱਚ ਲੀਨ ਸਨ, ਮਾਤਾ ਜੀ ਦਾ ਵੀ ਧਿਆਨ ਨਾ ਰਿਹਾ, ਖਿਆਲ ਭੁੱਲ ਗਿਆ। ਉੱਧਰੋਂ ਭਗਤ ਫਰੀਦ ਸਾਹਿਬ ਜੀ ਐਸੀ ਪ੍ਰਮਾਤਮਾ ਨਾਲ ਲਿਵ ਜੁੜੀ, ਪਿਆਰੇ ਸਾਹਿਬ ਜੀ ਬਿਰਤੀ ਜੁੜੀ ਕਿ ਪਤਾ ਨਾ ਲੱਗਿਆ ਸਮੇਂ ਦਾ ਵੀ ਕਿੰਨਾ ਕੁ ਲੰਘ ਗਿਆ। ਜਦੋਂ ਨਵਾਜ਼ ਪੜ੍ਹ ਕੇ ਉੱਠੇ, ਬਿਰਤੀ ਉਪਰਾਮ ਹੋਈ, ਤਾਂ ਮਾਤਾ ਜੀ ਨੇ ਉਸ ਵੇਲੇ ਪੁੱਛਣਾ ਕੀਤਾ, ਪੁੱਤਰ ਅੱਜ ਆਪਣਾ ਤੈਨੂੰ ਸ਼ੱਕਰ ਨਹੀਂ ਪ੍ਰਾਪਤ ਹੋਈ? ਤਾਂ ਉਸ ਵੇਲੇ ਆਖਿਆ ਕਿ ਮਾਤਾ ਜੀ ਅੱਜ ਮੈਨੂੰ ਸ਼ੱਕਰਗੰਜ ਮਿਲ ਗਿਆ, ਅੱਜ ਮੈਨੂੰ ਇੰਨਾ ਜ਼ਿਆਦਾ ਰਸ ਆਇਆ, ਅੱਜ ਮਾਤਾ ਜੀ ਮੈਨੂੰ ਇੰਨਾ ਸਵਾਦ ਆਇਆ, ਆਹ ਜਿਹੜੀ ਸ਼ੱਕਰ ਹੈ ਕੋਈ ਮਾਇਨੇ ਨਹੀਂ ਰੱਖਦੀ ਉਹਦੇ ਸਾਹਮਣੇ। ਮੰਨਿਆ ਵੀ ਮਿੱਠੀ ਹੈ, ਪਰ ਪ੍ਰਮਾਤਮਾ ਦੇ ਨਾਮ ਦੇ ਤੁਲ ਕੁਝ ਨਹੀਂ ਹੋ ਸਕਦਾ। ਤਾਂ ਉਸ ਵੇਲੇ ਭਗਤ ਫਰੀਦ ਸਾਹਿਬ ਜੀ ਨੇ ਬਚਨ ਕੀਤਾ, ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਭਗਤ ਫਰੀਦ ਸਾਹਿਬ ਜੀ ਕਹਿੰਦੇ ਕਿ ਮਾਤਾ ਜੀ ਮੈਂ ਮੰਨਿਆ ਸ਼ੱਕਰ ਵੀ ਮਿੱਠੀ ਹੈ,
ਖੰਡ ਵੀ ਮਿੱਠੀ ਹੈ, ਨਵਾਤ ਮਿਸ਼ਰੀ ਆਦਿਕ ਜਿਹੜੇ ਪਦਾਰਥ ਨੇ ਇਹ ਵੀ ਮਿੱਠੇ ਨੇ, ਗੁੜ ਵੀ ਮਿੱਠਾ ਹੈ। ਮਾਖਿਓ ਕਹਿੰਦੇ ਨੇ ਸ਼ਹਿਦ ਨੂੰ, ਤੇ ਸ਼ਹਿਦ ਹੈ ਜਿਹੜਾ ਉਹ ਵੀ ਮਿੱਠਾ ਹੈ। ਮੱਝ ਦਾ ਦੁੱਧ ਅਤੇ ਮੱਝ ਦਾ ਜਿਹੜਾ ਦੁੱਧ ਹੈ ਇਹ ਵੀ ਬਹੁਤ ਜ਼ਿਆਦਾ ਮਿੱਠਾ ਹੁੰਦਾ, ਸਵਾਦਲਾ ਹੁੰਦਾ। ਭਾਵੇਂ ਮਿੱਠਾ ਨਾ ਹੀ ਪਾਈਏ ਤਾਂ ਵੀ ਸਾਰ ਸੰਤਰੀ ਦੁੱਧ ਸਵਾਦ ਲੱਗਦਾ ਹੈ। ਜਿਹੜੇ ਬੰਦੇ ਨੂੰ ਮੱਝ ਦਾ ਦੁੱਧ ਫੋਕਾ ਪੀਣ ਦੀ ਆਦਤ ਪੈ ਗਈ, ਉਹ ਫਿਰ ਮਿੱਠਾ ਨਹੀਂ ਜੀ ਕਦੇ ਪਾਉਂਦਾ, ਉਹਨੂੰ ਦੁੱਧ ਦੇ ਵਿੱਚੋਂ ਹੀ ਸਵਾਦ ਆਉਂਦਾ ਹੈ। ਸੋ ਸਾਰ ਸੰਤਰੀ ਭਗਤ ਫਰੀਦ ਜੀ ਕਹਿੰਦੇ ਸਭੇ ਵਸਤੂ ਮਿੱਠੀਆਂ। ਮਾਤਾ ਮੈਂ ਮੰਨਿਆ ਇਹ ਸਾਰੀਆਂ ਚੀਜ਼ਾਂ ਹੀ ਮਿੱਠੀਆਂ ਨੇ ਜਿਹੜੀਆਂ ਮੈਂ ਗਣੀਆਂ, ਰੱਬ ਨਾ ਪੁੱਜਣ ਤੁਧ। ਪਰ ਉਸ ਵਾਹਿਗੁਰੂ ਪਰਮਾਤਮਾ ਜਿਹੜੇ ਤਾਈ ਪਰਮਾਤਮਾ ਦੇ ਨਾਮ ਦੇ ਸਵਾਦ ਦੇ ਸਦਰਸ਼ ਕੋਈ ਚੀਜ਼ ਨਹੀਂ ਜੇ ਪਹੁੰਚ ਸਕਦੀ। ਤੁਧ ਤੁਹਾਡੇ ਤੋਂ ਬੇਨਤੀ ਕਰਦੇ ਹਾਂ। ਤੋ ਸਾਰ ਸੰਤ ਜੀਓ, ਗੁਰੂ ਸਾਹਿਬ ਜੀ ਕਹਿੰਦੇ ਕਿ ਬੰਦੇ ਨੂੰ ਰਸ ਕਦੋਂ ਆਉਂਦਾ ਹੈ? ਜਦੋਂ ਸਾਰ ਸੰਤ ਜੀ ਗੁਰੂ ਸਾਹਿਬ ਦੇ ਚਰਨ ਕਮਲਾਂ ਨਾਲ ਪਿਆਰ ਹੋ ਜਾਵੇ। ਕਹਿੰਦੇ ਵੀ ਇੱਕ ਵਾਰ ਦੀ ਗੱਲਬਾਤ ਹੈ, ਕੋਈ ਸਾਰ ਸੰਤ ਜੀ ਉਹ ਜੋੜਾ ਸੀ, ਨਵਾਂ ਵਿਆਹ ਹੋਇਆ, ਤੇ ਘਰ ਵਾਲੇ ਨੇ ਸੋਚਿਆ ਵੀ ਬੀਵੀ ਹੈ ਜਿਹੜੀ ਮੇਰੀ ਅੰਮ੍ਰਿਤ ਵੇਲੇ ਨਾਲ ਉੱਠਿਆ ਕਰੇਗੀ, ਮੇਰੇ ਨਾਲ ਸਿਮਰਨ ਕਰਿਆ ਕਰੇਗੀ, ਬੰਦਗੀ ਕਰਿਆ ਕਰੇਗੀ। ਚਲੋ ਵਧੀਆ, ਆਪਣਾ ਤਾਲਮੇਲ ਜੋੜ ਬਹਿ ਗਿਆ, ਇੱਧਰ ਮੇਰਾ ਵਿਆਹ ਹੋ ਗਿਆ। ਪਰ ਸਾਰ ਸੰਤ ਜੀ ਉਹ ਘਰ ਵਾਲੀ ਦਾ ਜਿਹੜਾ ਸੁਭਾਅ ਸੀ ਪਰਮਾਤਮਾ ਤੋਂ ਪ੍ਰਮਾਦੀ ਨਿਕਲਿਆ, ਪਰਮੇਸ਼ਰ ਦੇ ਨਾਮ ਬੰਦਗੀ ਵੱਲੋਂ ਉਲਟ ਨਿਕਲਿਆ। ਅੱਜ ਕਰਦੇ ਹਾਂ, ਕੱਲ੍ਹ ਕਰਦੇ ਹਾਂ, ਰੋਜ਼ ਹੀ ਆਖ ਦਿਆ ਕਰੇ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਨਾ ਕਰੇ। ਘਰ ਵਾਲਾ ਬਹੁਤ ਸਿਆਣਾ ਸੀ, ਸੂਝਵਾਨ ਸੀ, ਤੇ ਮਹਾਂਪੁਰਸ਼ਾਂ ਕੋਲ ਲੈ ਗਿਆ, ਬੇਨਤੀ ਕੀਤੀ ਜੀ ਐਂ ਕਰਕੇ ਆਹ ਗੱਲਬਾਤ ਹੈ। ਮਹਾਂਪੁਰਸ਼ ਕਹਿਣ ਲੱਗੇ ਕਿ ਭਾਈ ਅਸੀਂ ਤੁਹਾਨੂੰ ਜਿਹੜੀ ਸਿੱਖਿਆ ਤੁਹਾਡੇ ਘਰ ਦੇ ਵਿੱਚ ਹੀ ਦੇਵਾਂਗੇ। ਚਾਲਾ ਮਾਰਿਆ, ਖੱਤੇ 'ਚ ਆ ਗਏ ਤਾਂ ਉਸ ਵੇਲੇ ਮਹਾਂਪੁਰਸ਼ਾਂ ਨੇ ਸਾਰ ਸੰਗਤ ਲਈ ਵੇਖਿਆ ਵੀ ਬੜੀਆਂ ਸੋਹਣੀਆਂ ਛੱਲੀਆਂ ਲੱਗੀਆਂ ਹੋਈਆਂ ਨੇ, ਮੱਕ ਬੀਜਿਆ ਹੋਇਆ ਹੈ। ਤੇ ਮੱਕ ਵੇਖ ਕੇ ਮਹਾਂਪੁਰਖ ਕਹਿਣ ਲੱਗੇ ਧੀਏ ਇਉਂ ਕਰ, ਇਹਨਾਂ ਸਾਰੀਆਂ ਛੱਲੀਆਂ 'ਚੋਂ ਜਿਹੜੀ ਛੱਲੀ ਤੈਨੂੰ ਸੋਹਣੀ ਲੱਗਦੀ ਆ ਮੇਰੇ ਕੋਲ ਲੈ ਕੇ ਆ। ਲਿਆਉਣੀ ਇੱਕ ਹੀ ਹੈ, ਤੇ ਅਸੀਂ ਉਹਨਾਂ ਚਿਰ ਤੱਕ ਕੋਈ ਨਾ ਕੋਈ ਗੱਲਬਾਤ ਕਰਦੇ ਹਾਂ। ਹੋਇਆ ਕਿ ਗੁੜੀਆ ਨੇ ਚਾਲਾ ਮਾਰਿਆ, ਵੇਖਿਆ ਵੀ ਬੜੀ ਸੋਹਣੀ ਆ ਆਹ ਛੱਲੀ, ਫਿਰ ਗਾਂਹ ਨਿਗਾਹ ਪਈ, ਕਹਿੰਦੀ ਆਹ ਨਹੀਂ ਆਹ ਸੋਹਣੀ ਹੈ। ਦੂਜੀ ਤੋੜਨ ਲੱਗੀ, ਦੂਜੀ ਤੋਂ ਤੀਜੀ ਤੇ ਨਿਗਾਹ ਪਈ ਵੀ ਆਹ ਸੋਹਣੀ ਹੈ। ਗਾਂਹ ਜਿਵੇਂ ਜਿਵੇਂ ਨਿਗਾਹ ਪਈ ਜਾਵੇ ਬਸ ਉਹ ਸੋਹਣੀ ਛੱਲੀ ਲੱਗੀ ਜਾਵੇ ਵੀ ਆਹ ਤੋੜਦੀਆਂ ਆਹ ਤੋੜਦੀਆਂ। ਅਖੀਰ ਨੂੰ ਸਾਰ ਸੰਤ ਜੀ ਖੱਤੇ ਤੋਂ ਦੂਏ ਪਾਸੇ ਚਲੀ ਗਈ, ਬਾਹਰ ਹੋ ਗਈ, ਹੱਥ ਖਾਲੀ ਦੇ ਖਾਲੀ। ਤੇ ਅੱਗੇ ਮਹਾਂਪੁਰਸ਼ ਤੇ ਪਤੀ ਦੋਵੇਂ ਜਾਣੇ ਖੜੇ ਸਨ। ਤੇ ਮਹਾਂਪੁਰਖ ਕਹਿਣ ਲੱਗੇ ਪੁੱਤਰੀ ਕੀ ਗੱਲਬਾਤ ਹੋ ਗਈ ਆ, ਹੱਥ ਖਾਲੀ ਨੇ? ਕਹਿਣ ਲੱਗੀ ਮਹਾਂਪੁਰਸ਼ੋ ਮੈਂ ਸੋਚਿਆ ਵੀ ਸ਼ਾਇਦ ਆਓ ਸੋਹਣੀ ਹੈ, ਆਓ ਨਹੀਂ ਤੇ ਆਓ ਸੋਹਣੀ ਹੈ, ਕਰਦਿਆਂ ਕਰਦਿਆਂ ਮੈਂ ਤਾਂ ਖੱਤੇ ਦੇ ਪਾਰ ਆ ਗਈ, ਹੱਥ ਮੇਰੇ ਖਾਲੀ ਦੇ ਖਾਲੀ। ਮਹਾਂਪੁਰਸ਼ ਉਸ ਵੇਲੇ ਮੁਸਕਰਾਏ, ਕਹਿਣ ਲੱਗੇ ਪੁੱਤਰ ਇਹ ਦੁਨੀਆ ਵੀ ਐਵੇਂ ਹੈ, ਬੰਦੇ ਨੂੰ ਇਹ ਲੱਗਦਾ ਮੈਂ ਆਓ ਸਵਾਦ ਲੈ ਲਾਂ, ਆਓ ਰਸ ਲੈ ਲਾਂ, ਹੋਰ ਆਨੰਦ ਭੋਗ ਲਵਾਂ, ਕਰਦਿਆਂ ਕਰਦਿਆਂ ਬੰਦਾ ਸਾਰੀ ਉਮਰ ਐਵੇਂ ਹੀ ਲੰਘਾ ਦਿੰਦਾ। ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਬੰਦੇ ਦੇ ਹੱਥ ਖਾਲੀ ਦੇ ਖਾਲੀ ਰਹਿ ਜਾਂਦੇ ਨੇ। ਗੁਰੂ ਸਾਹਿਬ ਜੀ ਬਾਣੀ ਵਿੱਚ ਬਚਨ ਕਰਦੇ ਨੇ, ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹੁਣ ਸਾਰ ਸੰਤ ਦੀ ਵੱਤ ਹੈ, ਸਮਾਂ ਹੈ ਵਾਹਿਗੁਰੂ ਦੇ ਨਾਮ ਦੇ ਬੀਜ ਬੀਜਣ ਦਾ। ਜੇ ਜੀਵੇ ਨਾਮ ਨਹੀਂ ਜਪੇਗਾ, ਅਗਾਂਹ ਭੁੱਖਾ ਮਰਦਾ ਕੀ ਖਾਵੇਗਾ। ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਭਾਈ ਵਾਹਿਗੁਰੂ ਦੇ ਨਾਮ ਦੀ ਵੱਤ ਲੱਗੀ ਹੋਈ ਹੈ, ਸਮਾਂ ਆਣ ਬਣਿਆ, ਰੁੱਤ ਬੜੀ ਸੋਹਣੀ ਹੈ।
ਮਨੁੱਖਾ ਜਨਮ ਦੀ ਰੁੱਤ ਹੈ। ਬਹਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਨੇ। ਐਦੋਂ ਤਗੜੀ ਹੋਰ ਕੀ ਚੀਜ਼ ਹੋ ਸਕਦੀ ਹੈ? ਹੋ ਸਕਦੀ ਹੈ? ਕੋਈ ਨਹੀਂ ਹੋ ਸਕਦੀ। ਸਮਾਂ ਸਾਰ ਸੰਤਰੀ ਨਾਮ ਜਪਣ ਦਾ ਹੈ, ਪਰ ਜਿਹੜਾ ਪ੍ਰਾਣੀ ਨਾਮ ਨਹੀਂ ਜਪੇਗਾ ਉਹਦਾ ਪਰਲੋਕ ਵਿੱਚ ਬੜਾ ਮਾੜਾ ਹਾਲ ਹੋਣਾ ਹੈ। ਸਤਿਗੁਰੂ ਜੀ ਕਹਿੰਦੇ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ। ਰਾਮ ਰਾਜੇ ਭਾਈ ਉਹਨਾਂ ਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਕਿਹੜੀ ਗੱਲੋਂ ਦੁਨੀਆ ਵਿੱਚ ਆਏ ਨੇ? ਐਦੋਂ ਵਧੀਆ ਨਾ ਹੀ ਆਉਂਦੇ ਤਾਂ ਚੰਗਾ ਸੀ। ਸੋ ਸਤਿਗੁਰੂ ਜੀ ਇੱਥੇ ਆਪਾਂ ਨੂੰ ਇਹੋ ਸਿੱਖਿਆ ਦਿੰਦੇ ਨੇ, ਭਾਈ ਨਾਮ ਜਪੋ, ਉਸੇ ਜੀਵ ਰੂਪੀ ਇਸਤਰੀ ਦਾ ਜੀਵਨ ਸਫਲਾ ਹੈ ਜਿਹਨੇ ਸਾਰ ਸੰਤਰੀ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਪਿਆਰ ਪਾ ਲਿਆ। ਉਹੀ ਉਹ ਜੀਵ ਰੂਪੀ ਇਸਤਰੀ ਹੈ ਜਿਹੜੀ ਜੀਵਨ ਦੇ ਅਸਲੀ ਆਨੰਦ ਦੇ ਤਾਈਂ ਭੋਗਦੀ ਹੈ, ਮਾਣਦੀ ਹੈ। ਉਹਨੂੰ ਰਸ ਆ ਗਿਆ ਹੈ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਜਿਹਨੂੰ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਨਾਲ ਪਿਆਰ ਹੋ ਗਿਆ, ਫਿਰ ਸਾਰ ਸੰਤਰੀ ਉਹਦਾ ਮਨ ਵੀ ਤੇ ਤਨ ਸਰੀਰ ਵੀ ਸੱਚੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ, ਤਦਾਕਾਰ ਹੋ ਜਾਂਦਾ ਹੈ। ਤੇ ਇੱਕੋ ਨਾਮ ਆਧਾਰ, ਇੱਕੋ ਇੱਕ ਵਾਹਿਗੁਰੂ ਦੇ ਨਾਮ ਦਾ ਉਹਨਾਂ ਨੂੰ ਰੱਬ ਦੇ ਪਿਆਰਾਂ ਨੂੰ ਆਸਰਾ ਹੋ ਜਾਂਦਾ ਹੈ। ਕਿਉਂਕਿ ਮਨ ਕਰਕੇ ਤੇ ਸਰੀਰ ਕਰਕੇ ਵਾਹਿਗੁਰੂ ਦੇ ਨਾਮ ਵਿੱਚ ਬੰਦਗੀ ਵਿੱਚ ਗੁੜੰਦ ਹੋ ਜਾਂਦੇ ਨੇ। ਉਹ ਸਾਰ ਸੰਤ ਜੀਓ ਐਸੇ ਆਨੰਦ ਤੱਕ ਪਹੁੰਚ ਜਾਂਦੇ ਨੇ ਜਿੱਥੇ ਕਿ ਇਹ ਜੀਵ ਪਹੁੰਚ ਨਹੀਂ ਸਕਦਾ ਆਮ। ਮਹਾਰਾਜ ਨੇ ਬਾਣੀ ਵਿੱਚ ਬਚਨ ਕੀਤਾ, ਆਨੰਦ ਆਨੰਦ ਸਭ ਕੋਕ ਹੈ। ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋ ਜਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਅਖੀਰਲੀ ਪੰਗ ਦੇ ਵਿੱਚ ਬਚਨ ਕਰਦੇ ਨੇ, ਕਹੈ ਨਾਨਕ ਇਹੋ ਆਨੰਦ ਹੈ। ਆਨੰਦ ਗੁਰ ਤੇ ਜਾਣਿਆ। ਜਿਹੜਾ ਅਸਲੀ ਆਨੰਦ ਗੁਰੂ ਤੋਂ ਜਾਣਿਆ ਜਾਂਦਾ, ਪਛਾਣਿਆ ਜਾਂਦਾ ਹੈ। ਕਹਿੰਦੇ ਜੀ ਮੈਂ ਪ੍ਰਸ਼ਾਦਾ ਛਕਿਆ, ਬਹੁਤ ਆਨੰਦ ਆਇਆ। ਮੈਂ ਫਲਾਣੇ ਥਾਂ 'ਤੇ ਗਿਆ, ਉੱਥੇ ਖੇਡ ਤਮਾਸ਼ਾ ਵੇਖਿਆ, ਬੜਾ ਆਨੰਦ ਆਇਆ। ਪਾਤਸ਼ਾਹ ਜੀ ਕਹਿੰਦੇ, ਓਏ ਤੁਸੀਂ ਆਨੰਦ ਆਨੰਦ ਤਾਂ ਸਾਰੇ ਕੋਈ ਕਹੀ ਜਾਂਦੇ ਹੋ, ਪਰ ਅਸਲ ਜਿਹੜਾ ਆਨੰਦ ਗੁਰੂ ਸਾਹਿਬ ਦੇ ਚਰਨਾਂ ਤੋਂ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ। ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਕਿ ਭਾਈ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੀ ਜਿਹੜੀ ਮੌਜ ਹੈ, ਜਿਹੜੀ ਖੇਡ ਹੈ, ਆਨੰਦ ਹੈ, ਉਹਨੂੰ ਅੰਦਾਜ਼ਾ ਲਾ ਕੇ ਅਸੀਂ ਕਿਵੇਂ ਬਿਆਨ ਕਰੀਏ। ਕਹਿਣ ਦੇ ਵਾਸਤੇ ਸਾਨੂੰ ਕੋਈ ਦ੍ਰਿਸ਼ਟਾਂਤ ਹੀ ਨਹੀਂ ਮਿਲਦਾ ਵੀ ਵਾਹਿਗੁਰੂ ਦੇ ਚਰਨਾਂ ਦਾ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੀ ਮੌਜ ਦਾ ਇਹੋ ਜਿਹਾ ਸਵਾਦ ਹੈ, ਇਹੋ ਜਿਹਾ ਆਨੰਦ ਹੈ। ਕੋਈ ਇਹੋ ਜਿਹਾ ਦ੍ਰਿਸ਼ਟਾਂਤ ਨਹੀਂ ਲੱਭਦਾ ਪਿਆ, ਕੋਈ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਪਈ, ਅੰਦਾਜ਼ਾ ਨਹੀਂ ਮਿਲਦਾ ਪਿਆ ਵੀ ਇਹੋ ਜਿਹਾ ਹੈ। ਤੇ ਕਹਿਣ ਵਾਸਤੇ ਸੋਭਾ ਹੀ ਨਹੀਂ ਤੇ ਦੇਖਾ ਹੀ ਪ੍ਰਵਾਨ। ਜਿਹੜਾ ਬੰਦਾ ਵੇਖ ਲੈਂਦਾ ਉਹ ਦੇਖਣਾ ਹੀ ਉਹਦਾ ਪ੍ਰਵਾਨ ਹੈ। ਜਿਹੜਾ ਬੰਦਾ ਰਸ ਲੈ ਲੈਂਦਾ, ਆਨੰਦ ਲੈ ਲੈਂਦਾ ਸਾਰ ਸੰਤਰੀ, ਉਹ ਆਪ ਵੀ ਪ੍ਰਵਾਨ ਹੋ ਜਾਂਦਾ। ਜਾਂ ਦੇਖਿਆ ਹੀ ਪ੍ਰਵਾਨ ਹੈ, ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਤਾਂ ਵੇਖ ਕੇ ਹੀ ਪਤਾ ਲੱਗਦਾ ਹੈ। ਸੋ ਸਾਰ ਸੰਤ ਜੀ ਪਾਤਸ਼ਾਹ ਜੀ ਕਹਿੰਦੇ, ਮਨ ਤਨ ਰਤਾ ਸੱਚ ਰੰਗ ਤੇ ਅਠੇ ਪਹਿਰ ਇਕ ਤੈ ਲਿਵੈ। ਮੰਨੇਨ ਹੁਕਮ ਅਪਾਰ। ਹਰੇਕ ਵਾਦਕ ਵਾਹਿਗੁਰੂ ਦੇ ਨਾਮ ਵਿੱਚ ਲਿਵ ਲੱਗੀ ਰਹਿੰਦੀ ਹੈ। ਉਹਨਾਂ ਦੀ ਪਰਮੇਸ਼ਰ ਦਾ ਹੁਕਮ ਮੰਨਦੇ ਪਏ ਹਨ। ਇਸ ਕਰਕੇ ਉਹਨਾਂ ਨੇ ਇੱਕੋ ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਰਹਿੰਦਾ। ਸਾਰ ਸੰਤਰੀ ਸੰਤ ਮਹਾਂਪੁਰਸ਼ ਧੰਨ ਧੰਨ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲੇ ਮਹਾਂਪੁਰਖ। ਇੱਕ ਵੇ ਦਾ ਦਿਨ ਦੀ ਗੱਲਬਾਤ ਹੈ। ਸੁਖਮਨੀ ਸਾਹਿਬ ਗੁਰਬਾਣੀ ਦਾ ਜਾਪ ਕਰਦੇ ਸਨ। ਬਾਣੀ ਪੜ੍ਹਦਿਆਂ ਇਹ ਪੰਗਤੀ ਆਈ ਕਿ ਸਾਰ ਸੰਤਰੀ ਕੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ।
ਇਹ ਬ੍ਰਹਮ ਗਿਆਨੀ ਦਾ ਜਿਹੜਾ ਭੋਜਨ ਹੈ ਨਾ, ਉਹ ਪਰਮੇਸ਼ਰ ਦਾ ਗਿਆਨ ਹੀ ਹੈ, ਗਿਆਨ ਰੂਪੀ ਭੋਜਨ ਹੈ। ਤੋ ਸਾਰ ਸੰਗਤ ਦੀ ਜਦੋਂ ਪੰਕਤੀ ਆਈ ਪੜ੍ਹੀ ਤੇ ਇਸੇ ਪੰਕਤੀ ਨੂੰ ਵਾਰ-ਵਾਰ ਪੜ੍ਹਦੇ ਰਹੇ, ਬਿਰਤੀ ਟਿਕ ਗਈ ਕਿ ਇਹਦਾ ਅਰਥ ਕੀ ਹੋਇਆ। ਪੜ੍ਹਦਿਆਂ ਕਾਫੀ ਸਮਾਂ ਲੰਘ ਗਿਆ। ਸਾਰ ਸੰਗਤ ਦੀ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਕਰਕੇ, ਕੇਸੀ ਇਸ਼ਨਾਨ ਕਰਕੇ ਤੇ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕੀਤੀ, ਪਾਤਸ਼ਾਹ ਜੀ ਤੁਹਾਡੀ ਬਾਣੀ ਦਾ ਹੁਕਮ ਹੈ ਕਿ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਇਹ ਬ੍ਰਹਮ ਗਿਆਨੀ ਵਾਸਤੇ ਪ੍ਰਮਾਤਮਾ ਦਾ ਗਿਆਨ ਹੀ ਭੋਜਨ ਹੁੰਦਾ ਹੈ। ਗੁਰੂ ਸਾਹਿਬ ਜੀ, ਮੈਂ ਗਿਆਨ ਰੂਪੀ ਭੋਜਨ ਛਕਣਾ ਚਾਹੁੰਦਾ। ਮੇਰੀ ਬੇਨਤੀ ਹੈ ਵੀ 40 ਦਿਨਾਂ ਦੇ ਵਾਸਤੇ ਸਾਡਾ ਸਰੀਰ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ। ਮੈਨੂੰ ਕਿਰਪਾ ਕਰਕੇ ਗਿਆਨ ਰੂਪੀ ਭੋਜਨ ਦੀ ਦਾਤ ਬਖਸ਼ੋ, ਸਿਮਰਨ ਦੀ ਦਾਤ ਬਖਸ਼ੋ। ਅਸੀਂ ਵੀ ਗਿਆਨ ਰੂਪੀ ਭੋਜਨ ਛਕਣਾ ਚਾਹੁੰਦੇ ਹਾਂ। ਅਰਦਾਸ ਬੇਨਤੀ ਕੀਤੀ, ਸੇਵਾਦਾਰਾਂ ਨੂੰ ਬੇਨਤੀ ਕੀਤੀ, ਭਾਈ ਸੇਵਕੋ ਅਸੀਂ ਹੁਣ ਭੋਰਾ ਸਾਹਿਬ ਦੇ ਵਿੱਚ 40 ਦਿਨਾਂ ਦੇ ਵਾਸਤੇ ਬੰਦਗੀ ਕਰਨ ਲੱਗੇ ਹਾਂ। ਸਾਨੂੰ ਨਾ ਕੋਈ ਭੋਜਨ ਦੀ ਲੋੜ ਹੈ, ਨਾ ਕੋਈ ਅਸੀਂ ਜਲ ਛਕਣਾ ਹੈ। ਹਾਂ ਤੁਸੀਂ ਧਿਆਨ ਰੱਖਿਓ, ਰੌਸ਼ਨਦਾਨ ਦੇ ਰਾਹੀਂ ਵੇਖ ਲਿਓ ਕਿ ਸਾਡਾ ਸਰੀਰ ਹੈ ਜਾਂ ਨਹੀਂ ਹੈ। ਜੇ ਹੋਇਆ ਤਾਂ ਚੜ੍ਹਦੀ ਕਲਾ, ਜੇ ਨਾ ਹੋਇਆ, ਜੇ ਭੌਰ ਉਡਾਰੀ ਮਾਰ ਗਿਆ ਤੇ ਤੁਸਾਂ ਨੇ ਸਰੀਰ ਦਾ ਸੰਸਕਾਰ ਕਰ ਦੇਣਾ ਜਾਂ ਜਲ ਪ੍ਰਵਾਹ ਕਰ ਦੇਣਾ। ਇਹਦੀ ਬੇਅਦਬੀ ਨਾ ਹੋਵੇ, ਸਰੀਰ ਰੁਲੇ ਨਾ। ਸਾਰ ਸੰਗਤ ਦੀ ਅਰਦਾਸ ਬੇਨਤੀ ਕਰਕੇ 40 ਦਿਨਾਂ ਦੇ ਵਾਸਤੇ ਭੋਰੇ ਦੇ ਵਿੱਚ ਗਏ। ਇਹੋ ਜਿਹਾ ਰਸ ਆਇਆ, ਇਹੋ ਜਿਹਾ ਆਨੰਦ ਆਇਆ ਜਿਹੜਾ ਦੱਸਿਆ ਨਹੀਂ ਜਾ ਸਕਦਾ ਪਿਆਰਿਓ। ਤੇ ਬਾਬਾ ਈਸ਼ਰ ਸਿੰਘ ਜੀ ਹੋਰਾਂ ਨੇ ਵਚਨ ਕਰਨਾ ਕੀਤਾ ਕਿ ਸਾਰ ਸੰਗਤ ਜੀਓ, ਪ੍ਰਸ਼ਾਦੇ ਪਾਣੀ ਦੀ ਭੁੱਖ ਤਾਂ ਕੀ ਲੱਗਣੀ ਸੀ, ਖਿਆਲ ਵੀ ਨਹੀਂ ਆਇਆ ਵੀ ਛਕ ਲਈਏ, ਧਿਆਨ ਹੀ ਨਹੀਂ ਗਿਆ। ਵਾਹਿਗੁਰੂ ਦੇ ਨਾਮ ਦੇ ਵਿੱਚ ਇਹੋ ਜਿਹਾ ਉਹਨਾਂ ਨੂੰ ਰਸ ਆਇਆ, ਆਨੰਦ ਆਇਆ। 40 ਦਿਨ ਲਗਾਤਾਰ ਸਿਮਰਨ ਕੀਤਾ, ਬੰਦਗੀ ਕੀਤੀ ਪ੍ਰਸ਼ਾਦੇ ਪਾਣੀ ਤੋਂ ਬਿਨਾਂ। ਤੇ 40ਵੇਂ ਦਿਨ ਸੰਪੂਰਨ ਕਰਕੇ ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ ਤੁਸਾਂ ਨੇ ਸਾਨੂੰ ਗਿਆਨ ਰੂਪੀ ਭੋਜਨ ਬਖਸ਼ਿਆ। ਸੋ ਇਸ ਕਰਕੇ ਪਿਆਰਿਓ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਦੁਨਿਆਵੀ ਭੋਜਨ ਦੀ ਵੀ ਸਾਰ ਸੰਗਤ ਦੀ ਕੋਈ ਜ਼ਰੂਰਤ ਨਹੀਂ ਜੇ ਰਹਿੰਦੀ। ਉਹਨਾਂ ਦੇ ਵਾਸਤੇ ਪਰਮੇਸ਼ਰ ਦਾ ਗਿਆਨ, ਪਰਮੇਸ਼ਰ ਦਾ ਨਾਮ ਹੀ ਭੋਜਨ ਹੁੰਦਾ ਹੈ। ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਹਰ ਨਾਮ ਹਮਾਰਾ ਪਹਿਨਣ, ਹਰ ਨਾਮ ਖਾਣ, ਤੇ ਜਿਤ ਖਾਧੈ ਹਮ ਕਉ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਫਿਰ ਨੰਗੇ ਨਾ ਹੋਵੈ ਹੈ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਭਾਈ ਵਾਹਿਗੁਰੂ ਦਾ ਨਾਮ ਹੀ ਉਹਨਾਂ ਵਾਸਤੇ ਭੋਜਨ ਹੈ, ਤੇ ਵਾਹਿਗੁਰੂ ਦਾ ਨਾਮ ਹੀ ਸਾਰ ਸੰਗਤ ਜੀਓ ਵਸਤਰ ਨੇ। ਉਹਨਾਂ ਦੇ ਮਨ ਦੇ ਵਿੱਚ ਹੋਰ ਵਸਤਰਾਰਿਕ ਪਹਿਨਣ ਦਾ ਖਿਆਲ ਹੀ ਚਲਿਆ ਜਾਂਦਾ ਹੈ। ਸੋ ਇਸ ਕਰਕੇ ਉਹਨਾਂ ਨੇ ਇੱਕੋ ਇੱਕ ਵਾਹਿਗੁਰੂ ਦੇ ਨਾਮ ਦਾ ਸਹਾਰਾ ਹੈ। ਦੇਖਿਆ ਰੰਗ ਕੂੜਾ ਵਿਆ, ਦਿਸਣ ਛੱਪੇ ਸਾਰ। ਭਾਈ ਇਹ ਜਿਹੜੇ ਜ਼ਹਿਰੀ ਰੰਗ ਨੇ ਨਾ, ਜ਼ਹਿਰ ਦੇ ਜਿਹੜੀ ਮਾਇਆ ਨਾ, ਇਹ ਜ਼ਹਿਰ ਰੂਪ ਹੈ। ਪਰਮੇਸ਼ਰ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਕਿਹੜੀ ਹੈ? ਮਾਇਆ ਇਹੋ ਹੀ ਹੈ ਜਿਹਦੇ ਕਰਕੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਭੁੱਲ ਜਾਵੇ, ਦਿਲ ਵਿੱਚ ਮੋਹ ਪੈਦਾ ਹੋਵੇ, ਸਾਰ ਸੰਗਤ ਜੀ ਬੰਦਾ ਦਵੈਤ ਭਾਵਨਾ ਵਿੱਚ ਚਲਿਆ ਜਾਵੇ। ਇਹ ਵਿਖਿਆ ਰੰਗ, ਇਹ ਜ਼ਹਿਰੀ ਮਾਇਆ ਦਾ ਜਿਹੜਾ ਰੰਗ ਆਨੰਦ ਹੈ, ਕੂੜਾ ਵੈ, ਝੂਠਾ ਹੀ ਹੈ। ਸੋ ਸਾਰ ਸੰਗਤ ਜੀ ਦਿਸਣ ਸਭੇ ਇਸ਼ਾਰ, ਇਹ ਜਿੰਨੇ ਵੀ ਆਨੰਦ ਦੱਸਦੇ ਪਏ ਨੇ ਸਾਰੇ ਦੇ ਸਾਰੇ ਅਖੀਰ ਨੂੰ ਖੇ ਰੂਪ ਹਨ। ਜਾਂ ਕਹਿ ਲਓ ਸਾਰ ਸੰਗਤ ਜੀ ਬੰਦੇ ਦੇ ਸਿਰ 'ਚ ਖੇ ਹੀ ਪਵਾਉਂਦੇ ਨੇ ਦੁਨੀਆ ਦੇ ਆਨੰਦ ਜਿਹੜੇ ਨੇ।
ਜਾਂ ਫਿਰ ਦਿਸਣ ਸਭੇ ਇਸ਼ਾਰ, ਇਹ ਸਾਰੇ ਦੇ ਸਾਰੇ ਖੀਰ ਨੂੰ ਸਵਾਹ ਹੋ ਜਾਣਗੇ ਪਿਆਰਿਓ, ਮਿੱਟੀ ਹੋ ਜਾਣਗੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਭਾਈ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਬੂੰਦ ਹੈ, ਇਹ ਅੰਮ੍ਰਿਤ ਬੰਦੇ ਨੂੰ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ, ਮੌਤ ਤੋਂ ਰਹਿਤ ਕਰਨ ਵਾਲੀ ਹੈ, ਤੇ ਬੜੀ ਸੁਹਾਵਣੀ ਆਨੰਦ ਵਾਲੀ ਹੈ, ਬਹੁਤ ਜ਼ਿਆਦਾ ਆਨੰਦ ਖੇੜਾ ਬਖਸ਼ਣ ਵਾਲੀ ਹੈ। ਪੁੱਛਿਆ ਮਹਾਰਾਜ ਮਿਲਦੀ ਕਿੱਥੋਂ ਹੈ? ਪਾਤਸ਼ਾਹ ਜੀ ਕਹਿੰਦੇ ਭਾਈ ਮਿਲ ਸਾਧੂ ਪੀਵਣ ਹਾਰ। ਇਹ ਜਿਹੜਾ ਜੀਵ ਹੈ ਸਾਧੂਆਂ ਮਹਾਂਪੁਰਸ਼ਾਂ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਦੀ ਜਿਹੜੀ ਬੂੰਦ ਹੈ, ਅੰਮ੍ਰਿਤ ਦੀ ਜਿਹੜੀ ਬੂੰਦ ਹੈ, ਉਹਨੂੰ ਪੀਣ ਵਾਲਾ ਹੋ ਜਾਂਦਾ ਹੈ। ਕਿਉਂਕਿ ਸਾਰ ਸੰਤ ਦੀ ਸ਼ੇਰਨੀ ਦਾ ਜਿਹੜਾ ਦੁੱਧ ਹੁੰਦਾ ਹੈ, ਇਹ ਸੋਨੇ ਦੇ ਭਾਂਡੇ ਦੇ ਵਿੱਚ ਹੀ ਟਿਕਿਆ ਕਰਦਾ ਹੈ। ਆਮ ਭਾਂਡੇ ਨੂੰ, ਆਮ ਬਰਤਨ ਨੂੰ ਪਾੜ ਕੇ ਨਿਕਲ ਜਾਂਦਾ ਹੈ। ਸ਼ੇਰਨੀ ਦਾ ਦੁੱਧ ਹਰ ਇੱਕ ਬੰਦਾ ਪਚਾ ਵੀ ਨਹੀਂ ਸਕਦਾ। ਇਸੇ ਤਰੀਕੇ ਦੇ ਨਾਲ ਵਾਹਿਗੁਰੂ ਦਾ ਨਾਮ ਹੈ ਜਿਹੜਾ ਪਿਆਰਿਓ, ਪਵਿੱਤਰ ਦਿਲ ਦੇ ਵਿੱਚ ਹੀ ਟਿਕਦਾ ਹੈ। ਅਤੇ ਧਿਆਨ ਰੱਖਣਾ, ਵਾਹਿਗੁਰੂ ਦੇ ਨਾਮ ਦੇ ਨਾਲ ਹੀ ਦਿਲ ਪਵਿੱਤਰ ਹੁੰਦਾ ਹੈ। ਨਾਮ ਨਾਲ ਹੀ ਦਿਲ ਨੇ ਪਵਿੱਤਰ ਹੋਣਾ। ਸੇਵਾ ਅਤੇ ਸਿਮਰਨ ਦੇ ਨਾਲ ਜਦੋਂ ਦਿਲ ਸਾਫ਼ ਹੋ ਗਿਆ ਤੇ ਵਾਹਿਗੁਰੂ ਦੇ ਨਾਮ ਨੇ ਇਹ ਪਵਿੱਤਰ ਦਿਲ ਦੇ ਵਿੱਚ ਹੀ ਟਿਕਣਾ ਹੈ। ਕਿਉਂਕਿ ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਮਨਮੁਖ ਪ੍ਰਾਣੀ ਵਾਹਿਗੁਰੂ ਵਾਹਿਗੁਰੂ ਕਰਦੇ ਥੱਕ ਜਾਂਦੇ ਨੇ, ਤੇ ਦਿਲ ਵਿੱਚੋਂ ਮੈਲ ਪਾਪਾਂ ਦੀ ਨੂੰ ਧੋਸ ਨਹੀਂ ਸਕਦੇ। ਕਹਿੰਦੇ ਵੀ ਇੱਕ ਮਾਈ ਸੀ, ਤੇ ਉਹ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਗਈ, ਮਹਾਂਪੁਰਸ਼ੋ ਅਸੀਂ ਤੁਹਾਡਾ ਪ੍ਰਸ਼ਾਦਾ ਕਰਨਾ ਜੀ, ਤੁਹਾਨੂੰ ਗੱਫਾ ਪਾਣੀ ਛਕਾਉਣਾ ਹੈ। ਅਤੇ ਬੀਬੀ ਦਾ ਸੁਭਾਅ ਇਹੋ ਜਿਹਾ ਸੀ, ਉਹ ਤਾਂ ਕੱਚੀ ਲੱਸੀ ਨਾ ਕਿਸੇ ਨੂੰ ਦੇਵੇ। ਅਤੇ ਚਲੀ ਗਈ ਮਹਾਂਪੁਰਸ਼ਾਂ ਦੇ ਕੋਲ, ਕਹਿੰਦੇ ਜੀ ਪ੍ਰਸ਼ਾਦਾ ਛਕਾਉਣਾ? ਕਹਿੰਦੇ ਭਾਈ ਵਾਹਵਾ ਹੀ ਹੈ, ਜ਼ਰੂਰ ਛਕਾਂਗੇ। ਮਹਾਰਾਜ ਬੇਨਤੀ ਹੈ, ਕਿਰਪਾ ਕਰਕੇ ਨਾਮ ਦੀ ਦਾਤ ਸਾਨੂੰ ਦੇਣਾ ਕਰੋ। ਮਹਾਂਪੁਰਸ਼ ਕਹਿੰਦੇ ਭਾਈ ਜਿੱਦੇ ਪ੍ਰਸ਼ਾਦਾ ਛਕਣ ਆਏ ਨਾ, ਉੱਦਾਂ ਹੀ ਨਾਮ ਦੀ ਦਾਤ ਦੇਵਾਂਗੇ। ਚਲੋ ਸਮਾਂ ਆ ਗਿਆ, ਸੱਦਾ ਦਿੱਤਾ ਕਿ ਮਹਾਂਪੁਰਖੋ ਆ ਜਾਓ, ਪ੍ਰਸ਼ਾਦਾ ਪਾਣੀ ਛਕ ਲਵੋ। ਗਏ ਮਹਾਂਪੁਰਖ, ਅਤੇ ਬੀਬੀ ਨੂੰ ਆਖਿਆ ਕਿ ਬੀਬੀ ਜੀ ਪ੍ਰਸ਼ਾਦਾ ਤਾਂ ਮੈਂ ਜ਼ਰੂਰ ਛਕਾਂਗਾ, ਪਰ ਮੇਰੀ ਇੱਕ ਸ਼ਰਤ ਹੈ। ਕਹਿੰਦੇ ਜੀ ਕੀ ਸ਼ਰਤ ਹੈ? ਸ਼ਰਤ ਮੇਰੀ ਹੈ ਵੀ ਮੈਂ ਆਪਣੇ ਭਾਂਡੇ ਦੇ ਵਿੱਚ ਹੀ ਛਕਦਾ, ਹੋਰ ਕੋਈ ਭਾਂਡਾ ਨਹੀਂ ਮੈਂ ਵਰਤਦਾ। ਕਹਿੰਦੇ ਜੀ ਸੱਤ ਬਚਨ ਹੈ। ਮਹਾਂਪੁਰਖਾਂ ਨੇ ਆਪਣਾ ਕਾਸਾ ਕੱਢਿਆ, ਅਤੇ ਕਾਸੇ ਦੇ ਵਿੱਚ ਤੁਸੀਂ ਮੈਲਾ ਲੱਗਿਆ, ਗੰਦਗੀ ਲੱਗੀ ਹੋਈ। ਅਤੇ ਉਸ ਵੇਲੇ ਬੀਬੀ ਆਈ, ਜਦੋਂ ਡੋਲੇ ਵਿੱਚ ਖੀਰ ਪਾ ਕੇ ਵਰਤਾਉਣ ਨੂੰ, ਮਹਾਂਪੁਰਸ਼ਾਂ ਨੇ ਕਾਸਾ ਕੀਤਾ ਕਿ ਲੈ ਬੀਬੀ ਇਹਦੇ ਵਿੱਚ ਹੀ ਖੀਰ ਪਾ ਦੇ। ਤਾਂ ਉਸ ਵੇਲੇ ਡੋਲਾ ਪਿਛਾਂਹ ਕਰ ਲਿਆ, ਕੜਛੀ ਪਿਛਾਂਹ ਕਰ ਲਈ। ਕਹਿਣ ਲੱਗੀ ਬਾਬਾ ਜੀ ਅੰਮ੍ਰਿਤ ਵਰਗਾ ਦੁੱਧ ਜਿਹੜਾ ਸੀ ਉਹਦੇ ਤੋਂ ਮੈਂ ਖੀਰ ਬਣਾਈ, ਤਰ੍ਹਾਂ ਤਰ੍ਹਾਂ ਦੇ ਮੇਵੇ ਪਾਏ ਨੇ, ਅਤੇ ਇੰਨੀ ਸੋਹਣੀ ਜਿਹੜੀ ਖੀਰ ਹੈ ਮੈਂ ਗੰਦੇ ਭਾਂਡੇ ਦੇ ਵਿੱਚ ਪਾ ਕੇ ਖਰਾਬ ਕਰਨੀ ਹੈ? ਭਾਂਡਾ ਲੈਣਾ ਹੋਰ ਲੈ ਲਵੋ, ਮੈਂ ਐਵੇਂ ਖੀਰ ਖਰਾਬ ਨਹੀਂ ਜੇ ਕਰਨੀ, ਮੈਂ ਨਹੀਂ ਪਾਉਣੀ ਖੀਰ। ਤਾਂ ਮਹਾਂਪੁਰਸ਼ ਉਸ ਵੇਲੇ ਕਹਿਣ ਲੱਗੇ ਕਿ ਬੀਬੀ ਜੀ ਮੈਨੂੰ ਤੁਹਾਡੀ ਖੀਰ ਦੀ ਲੋੜ ਵੀ ਨਹੀਂ, ਤੁਸੀਂ ਕਹਿੰਦੇ ਸੀ ਜੀ ਮੈਨੂੰ ਨਾਮ ਦੀ ਦਾਤ ਬਖਸ਼ੋ। ਇਹ ਗੱਲ ਦਾ ਧਿਆਨ ਰੱਖਣਾ, ਜੇਕਰ ਗੰਦੇ ਭਾਂਡੇ ਦੇ ਵਿੱਚ ਆਪਾਂ ਭੋਜਨ ਨਹੀਂ ਪਾ ਸਕਦੇ, ਤਾਂ ਧਿਆਨ ਰੱਖਣਾ ਗੰਦੇ ਦਿਲ ਦੇ ਵਿੱਚ ਭਜਨ ਵੀ ਨਹੀਂ ਪਾ ਸਕਦੇ। ਭੋਜਨ ਅਤੇ ਭਜਨ ਹੈ ਜਿਹੜਾ, ਇਹ ਪਵਿੱਤਰ ਸ਼ੁੱਧ ਭਾਂਡੇ ਦੇ ਵਿੱਚ ਹੀ ਸੋਹਣਾ ਲੱਗਦਾ, ਫੱਬਦਾ ਹੈ। ਸੋ ਇਸ ਕਰਕੇ ਆਪਣੇ ਦਿਲ ਨੂੰ ਪਹਿਲਾਂ ਬੀਬੀ ਪਵਿੱਤਰ ਕਰ, ਸੇਵਾ ਕਰਿਆ ਕਰ, ਆਏ ਗਏ ਦੇ ਚਰਨ ਝਾੜਿਆ ਕਰ, ਨਿਮਰਤਾ ਧਾਰ। ਪਰਮੇਸ਼ਰ ਦੀ ਜਿਹੜੀ ਕੁਦਰਤ ਹੈ, ਕਾਦਰ ਦੀ ਬਣਾਈ ਹੋਈ, ਉਹਦੇ ਉੱਪਰ ਦਇਆ ਕਰ, ਤਰਸ ਕਰ, ਕਿਸੇ ਦੀ ਤੇ ਤਸੱਦਦ ਨਾ ਕਰ, ਕਿਸੇ ਦਾ ਦਿਲ ਨਾ ਦਿਖਾਉਣਾ ਕਰ, ਪਿਆਰ ਵਾਲੇ ਬੋਲ ਬੋਲ। ਜਦ ਤੂੰ ਐਸਾ ਸੁਭਾਅ ਬਣਾਵੇਂਗੀ, ਨਾਲ ਨਾਲ ਵਾਹਿਗੁਰੂ ਵਾਹਿਗੁਰੂ ਜਪੇਂਗੀ, ਤੇਰਾ ਮਨ ਆਪਣੇ ਆਪ ਹੀ ਸ਼ੁੱਧ ਹੋ ਜਾਵੇਗਾ। ਕਿਉਂਕਿ ਭਾਂਡਾ ਹੈ ਵਾਹਿਗੁਰੂ। ਮਹਾਰਾਜ ਬਾਣੀ ਵਿੱਚ ਬਚਨ ਕਰਦੇ ਹਨ ਕਿ ਸਾਧ ਸੰਤ ਜੀਓ
ਜੇਕਰ ਭਾਂਡਾ ਧੋਏ ਬੈਸ ਧੂਪ ਦੇਵਹੁ, ਤਉ ਦੁੱਧੈ ਕਉ ਜਾਵਹੁ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੁ। ਕੀ ਕਰਨਾ ਪਵੇਗਾ? ਜਪਹੁ ਤਾ ਏਕੋ ਨਾਮਾ, ਅਵਰ ਅਵਰ ਨਿਰਾਫਲ ਕਾਮਾ। ਸੋ ਸਾਰ ਸੰਗ ਦੀ ਇੱਕ ਵਾਹਿਗੁਰੂ ਦੇ ਨਾਮ ਨਾਲ ਹੀ ਦਿਲ ਨੇ ਪਵਿੱਤਰ ਹੋਣਾ ਹੈ। ਕਿਉਂਕਿ ਜਿਨ ਕਉ ਭਾਂਡਾ ਭਾਉ ਤਨਾ ਸਵਾਰ ਸੇ, ਸੋਖੀ ਕਰੈ ਪਸਾਉ ਦੁਖ ਵਿਸਾਰ ਸੇ। ਸਹਸਾ ਬੂਲੇ ਨਾਹੇ ਸਰ ਪਰ ਤਾਰ ਸੇ। ਤੇ ਦਿਲ ਪਿੱਤਰ ਕਿਹਦਾ ਹੁੰਦਾ? ਸਾਰ ਸੰਤ ਜੀਓ ਗੁਰੂ ਦੁਆਰਾ ਹੋਏ, ਸੋਝੀ ਪਾਏ ਸੀ ਏਤ ਦੁਆਰਾ ਧੋਏ। ਭਾਂਡਾ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ, ਆਪ ਵਰਤਾਏ ਸੇ ਮਤ ਕੋ ਜਾਣੈ ਜਾਏ, ਅੱਗੇ ਪਾਏ ਸੇ। ਸੋ ਸਾਰ ਸੰਤ ਜੀਓ ਦਿਲ ਕਿਵੇਂ ਪਵਿੱਤਰ ਹੁੰਦਾ? ਭਾਂਡੇ ਮਾਂਜਣ ਨਾਲ। ਜਿਵੇਂ ਜਿਵੇਂ ਭਾਂਡੇ ਮਾਂਜਾਂਗੇ ਉਵੇਂ ਉਵੇਂ ਦਿਲ ਮਾਂਜਿਆ ਜਾਵੇਗਾ। ਪਿਆਰਿਓ, ਜਿਵੇਂ ਜਿਵੇਂ ਗੁਰੂ ਕੀ ਸੰਗਤ ਦੇ ਚਰਨ ਝਾੜਾਂਗੇ ਉਵੇਂ ਉਵੇਂ ਸਾਰ ਸੰਤ ਜੀਓ ਸਾਡੇ ਜਿਹੜੇ ਪਾਪ ਕਰਮ ਨੇ ਝੜ ਜਾਣਗੇ। ਜਿਵੇਂ ਜਿਵੇਂ ਆਪਾਂ ਮਾਂਜਾ ਮਾਰਾਂਗੇ ਗੁਰੂ ਘਰ ਦੇ ਵਿੱਚ ਸੇਵਾ ਕਰਾਂਗੇ ਝਾੜੂ ਦੀ, ਉਵੇਂ ਉਵੇਂ ਸਾਡੇ ਦਿਲ ਦੇ ਵਿੱਚੋਂ ਵੀ ਗੰਦਗੀ ਫੁੰਝੀ ਜਾਵੇਗੀ। ਸੋ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਭਾਈ ਸਾਧੂਆਂ ਨਾਲ ਮਿਲ ਕੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਅੰਮ੍ਰਿਤ ਵਰਗੀ ਜਿਹੜੀ ਸੋਹਣੀ ਬੂੰਦ ਹੈ, ਜੰਮਣ ਮਨ ਤੋਂ ਰਹਿਤ ਕਰਨ ਵਾਲੀ, ਉਹ ਪ੍ਰਾਪਤ ਕਰੀਦੀ ਹੈ। ਤੈਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਪਾਰ। ਭਾਈ ਉਹ ਜੀਵ ਦਾ ਵਣ ਸਰੀਰ, ਤਿਣ ਤਿਣ ਤੋਂ ਭਾਵ ਹੈ ਸਾਰ ਸੰਤ ਦੀ ਇੰਦਰੀਏ ਵਾਹਿਗੁਰੂ ਦੇ ਨਾਮ ਦੇ ਨਾਲ ਮੌਲ ਗਏ, ਆਨੰਦ ਵਿੱਚ ਖੇੜੇ 'ਚ ਆ ਗਏ। ਜਾਂ ਵਣ ਪ੍ਰਤੱਖ ਜਿਹੜਾ ਜੰਗਲ ਹੈ, ਤ੍ਰਿਣ ਜਿਹੜੇ ਕੱਖ ਨੇ, ਘਾਹ ਪੱਠਾ ਹੈ, ਇਹ ਭਾਈ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਖਿੜੇ ਹੋਏ ਹਨ। ਇਹ ਜਿਹੜੇ ਮੌਲ ਦੇ ਪਏ ਨੇ, ਆਨੰਦ ਲੈਂਦੇ ਪਏ ਨੇ। ਇਹਨਾਂ 'ਚ ਹਰਿਆਲੀ ਜਿਹੜੀ ਭਾਸਦੀ ਪਈ ਆ, ਰੌਣਕ ਹੈ ਜਿਹੜੀ, ਜਿਹਨੂੰ ਵੇਖ ਵੇਖ ਕੇ ਦਿਲ ਬੜਾ ਖੁਸ਼ ਹੁੰਦਾ, ਪ੍ਰਸੰਨ ਹੁੰਦਾ ਹੈ। ਇਹਨਾਂ ਵਾਹਿਗੁਰੂ ਪ੍ਰਮਾਤਮਾ ਮੌਲਿਆ ਹੋਇਆ ਪਰਮੇਸ਼ਰ ਹੀ ਇਹਨਾਂ ਵਿੱਚ ਵਿਆਪਕ ਹੋ ਰਿਹਾ ਹੈ। ਸਮਰੱਥ ਪੁਰਖ ਅਪਾਰ, ਉਹ ਸਰਬ ਕਲਾ ਸਮਰੱਥ ਹੈ, ਪੂੰ ਆਦਿਕ ਨਰਕਾਂ ਤੋਂ ਰੱਖਣ ਵਾਲਾ ਭਾਈ। ਪੁਰਖ ਪੌਰਖਤਾ ਵਾਲਾ, ਬਲ ਵਾਲਾ ਹੈ। ਪੁਰਖ ਅਸਲੀ ਮਰਦ ਹੈ। ਸੋ ਸਾਰ ਸੰਤ ਦੀ ਅਪਾਰ, ਉਹਦਾ ਬੇਅੰਤ ਹੈ। ਵਾਹਿਗੁਰੂ ਪ੍ਰਮਾਤਮਾ ਦਾ ਥਾ ਕੋਈ ਨਹੀਂ। ਹਰ ਮਿਲਨੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਭਾਈ ਵਾਹਿਗੁਰੂ ਨੂੰ ਮਿਲਣ ਦੇ ਵਾਸਤੇ ਸਾਡਾ ਬੜਾ ਮਨ ਚਾਹੁੰਦਾ ਹੈ, ਪਰ ਗੁਰੂ ਦੀ ਕਰਮ ਬਖਸ਼ਿਸ਼ ਹੈ ਜਿਹੜੀ ਇਹੋ ਮਿਲਾਉਣ ਵਾਲੀ ਹੈ। ਜਿੰਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਪਾਤਸ਼ਾਹ ਜੀ ਕਹਿੰਦੇ, ਭਾਈ ਜਿਨ੍ਹਾਂ ਮਹਾਂਪੁਰਸ਼ਾਂ ਰੂਪੀ ਸਖੀਆਂ ਨੇ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ, ਕਿਹਨਾਂ ਨੇ? ਜਿਨ੍ਹਾਂ ਨੇ ਸਾਧ ਕਾ ਸੰਗ, ਨਾਮ ਕਾ ਰੰਗਤ, ਨਿਸ਼ਚਾ ਅਭੰਗ ਮੰਗਿਆ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ, ਉਹਨਾਂ ਨੇ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ। ਪਿਆਰਿਓ ਮੇਰੇ ਮਾਧਵ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਸਾਰ ਸੰਦਰੀ ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰਬ ਕੀਤਾ, ਅੰਦਲੇ ਤੇਰੇ ਭਵਨ ਸੂਝਿਆ, ਗੁਰ ਭੇਟ ਪੁਨੀਤਾ। ਪਾਤਸ਼ਾਹ ਜੀ ਕਹਿੰਦੇ, ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਸੋ ਸਾਰ ਸੰਤ ਜੀਓ, ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਦਾ ਇਹੋ ਮਹਾਤਮ ਹੈ। ਕੀ ਹੈ ਮਹਾਤਮ? ਵਾਹਿਗੁਰੂ ਪ੍ਰਮਾਤਮਾ ਜੀ, ਪਰਮੇਸ਼ਰ ਜੀ ਪ੍ਰਾਪਤ ਹੋ ਜਾਂਦੇ ਨੇ ਸਾਧਕੀ ਸੰਗਤ ਕਰਨ ਦੇ ਨਾਲ। ਜਿਨ੍ਹਾਂ ਮਹਾਂਪੁਰਸ਼ਾਂ ਰੂਪੀ ਵਾਹਿਗੁਰੂ, ਜਿਨ੍ਹਾਂ ਜਗਿਆਸੂ ਜੀਵ ਰੂਪੀ ਇਸਤਰੀਆਂ ਨੇ ਰੱਬ ਦੇ ਪਿਆਰੇ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਪੂਰਨ ਸਾਧੂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹਨਾਂ ਦੇ ਭਾਈ ਪਰਮੇਸ਼ਰ ਨੂੰ ਪਾਲਿਆ। ਸਤਿਗੁਰੂ ਜੀ ਕਹਿੰਦੇ, ਉਹਨਾਂ ਤੋਂ ਅਸੀਂ ਹਮੇਸ਼ਾ ਵਾਸਤੇ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਹਉ ਕੁਰਬਾਨੈ ਜਾਓ ਤਿਨਾ ਕਹਿ, ਹਉ ਕੁਰਬਾਨੈ ਜਾਓ, ਹਉ ਕੁਰਬਾਨ ਵਾਹਿਗੁਰੂ, ਹਉ ਕੁਰਬਾਨੈ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਓ। ਮਹਾਰਾਜ ਕਹਿੰਦੇ ਕਿ ਭਾਈ ਜਿਹੜੇ ਵਾਹਿਗੁਰੂ ਦਾ ਨਾਮ ਲੈਣ ਵਾਲੇ ਨੇ,
ਉਹਨਾਂ ਤੋਂ ਸਰ ਕੇ ਜਾਂਦੇ ਆ, ਵਾਰਨੇ ਬਲਿਹਾਰਨੇ ਜਾਂਦੇ ਆ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ। ਪਾਤਸ਼ਾਹ ਜੀ ਕਹਿੰਦੇ ਇਹ ਮੇਰੇ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰੋ, ਸਾਡੇ ਉੱਪਰ ਮਿਹਰ ਕਰੋ, ਤਰਸ ਕਰੋ, ਕਿਉਂਕਿ ਤੁਹਾਡਾ ਜਿਹੜਾ ਸ਼ਬਦ ਹੈ, ਤੁਹਾਡਾ ਦਿੱਤਾ ਜੋ ਉਪਦੇਸ਼ ਹੈ, ਇਹ ਸਾਡੇ ਹਿਰਦੇ ਨੂੰ, ਸਾਡੇ ਜੀਵਨ ਨੂੰ ਸਵਾਰਨ ਵਾਲਾ ਹੈ। ਕਿਉਂਕਿ ਸ਼ਬਦ ਸਵਾਰਨਹਾਰ, ਸ਼ਬਦ ਦਾ ਅਰਥ ਹੈ ਬ੍ਰਹਮ, ਬ੍ਰਹਮ ਸਰੂਪ ਪਰਮੇਸ਼ਰ ਹੈ ਜਿਹੜਾ ਉਹੀਓ ਇਸ ਜੀਵ ਨੂੰ ਸਵਾਰਨ ਵਾਲਾ ਹੈ। ਉਹਦਾ ਗਿਆਨ ਹੀ ਇਸ ਜੀਵ ਦਾ ਸਾਰ ਸੰਤ ਜੀ ਉਹ ਭਲਾ ਕਰਨ ਵਾਲਾ ਹੈ। ਸ਼ਬਦ ਕਹਿੰਦੇ ਨੇ ਸੰਸਾਰ ਨੂੰ, ਤੋ ਸਾਰ ਸੰਤ ਜੀ ਇਹ ਜਿੰਨਾ ਵੀ ਸੰਸਾਰ ਹੈ ਇਹਨੂੰ ਕੌਣ ਸਵਾਰਨ ਵਾਲਾ ਹੈ? ਨਾਨਕ ਹਰ ਜੀ ਮਾਇਆ ਕਰ। ਵਾਹਿਗੁਰੂ ਪਰਮੇਸ਼ਰ ਜੀ ਦੀ ਕਿਰਪਾ ਇਸ ਸੰਸਾਰ ਨੂੰ ਸਵਾਰਨ ਵਾਲੀ ਹੈ। ਗੁਰੂ ਕਾ ਸ਼ਬਦ ਇਸ ਸੰਸਾਰ ਨੂੰ ਸਵਾਰਨ ਵਾਲਾ ਹੈ। ਕਿਉਂਕਿ ਸਾਰ ਸੰਤ ਜੀ ਬਿਨ ਸ਼ਬਦ ਹੈ ਜਗ ਬਹੁ ਰਾਨੰ। ਸ਼ਬਦ ਤੋਂ ਬਿਨਾਂ, ਗੁਰੂ ਦੀ ਦਿੱਤੀ ਸਿੱਖਿਆ ਤੋਂ ਬਿਨਾਂ ਸੰਸਾਰ ਕਮਲਾ ਹੀ ਹੈ ਸਾਰੇ ਦਾ ਸਾਰਾ। ਪਾਤਸ਼ਾਹ ਜੀ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇਹ ਜਿੰਨਾ ਵੀ ਸੰਸਾਰ ਹੈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਦੇ ਸਾਰਾ ਕਮਲਾ ਹੀ ਤੁਰਿਆ ਫਿਰਦਾ ਹੈ। ਪਰ ਨਜ਼ਰੀ ਕਿਹਨੂੰ ਆਇਆ? ਰੱਬ ਦੇ ਪਿਆਰਿਆਂ ਨੂੰ, ਗੁਰਮੁਖ ਪਿਆਰਿਆਂ ਨੂੰ ਇਹ ਗਿਆਨ ਹੋਇਆ ਕਿ ਭਾਈ ਸੰਸਾਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਮਲਾ ਹੀ ਹੈ, ਅਤੇ ਇਹ ਵਾਹਿਗੁਰੂ ਦਾ ਸ਼ਬਦ ਹੀ, ਵਾਹਿਗੁਰੂ ਵਾਹਿਗੁਰੂ ਨਾਮ ਇਸ ਜੀਵ ਨੂੰ ਸਵਾਰਨ ਵਾਲਾ ਹੈ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸਾਉਣ ਦਾ ਮਹੀਨਾ, ਇਹ ਪ੍ਰਤੱਖ ਜਿਹੜਾ ਸਾਉਣ ਦਾ ਮਹੀਨਾ ਤੇ ਜ਼ਿੰਦਗੀ ਰੂਪੀ ਸਾਉਣ ਦਾ ਮਹੀਨਾ, ਉਹਨਾਂ ਮਹਾਂਪੁਰਸ਼ਾਂ ਰੂਪੀ ਸੁਹਾਗਣਾ ਜੀਵ ਰੂਪੀ ਇਸਤਰੀਆਂ ਦੇ ਤਾਈਂ ਸੋਹਣਾ ਹੈ, ਆਨੰਦ ਨੂੰ ਦੇਣ ਵਾਲਾ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਦਿਲ ਵਿੱਚ ਹਾਰ ਪਾ ਲੈਣਾ ਕੀਤਾ। ਪਰਮੇਸ਼ਰ ਜੀ ਦੇ ਨਾਮ ਦਾ ਜਿਨ੍ਹਾਂ ਨੇ ਕੈਂਠਾ ਬਣਾ ਲਿਆ, ਉਹਨਾਂ ਦਾ ਸਾਰ ਸੰਤ ਜੀ ਇਹ ਸਾਉਣ ਦਾ ਮਹੀਨਾ ਮਨੁੱਖਾ ਜੀਵਨ ਭਾਈ ਆਨੰਦ ਵਾਲਾ ਹੁੰਦਾ। ਸੁਹਾਗ ਦਾ ਅਰਥ ਹੈ ਆਨੰਦ, ਆਨੰਦ ਨੂੰ ਦੇਣ ਵਾਲਾ ਹੈ। ਆਨੰਦ ਨੂੰ ਸਾਰ ਸੰਤ ਜੀ ਉਹ ਆਪਣੇ ਆਪ ਨੂੰ ਵੀ ਆਨੰਦ ਪ੍ਰਾਪਤ, ਦੂਜਿਆਂ ਨੂੰ ਵੀ ਦੇਣ ਵਾਲਾ ਹੁੰਦਾ। ਕਿਉਂਕਿ ਵਾਹਿਗੁਰੂ ਪਰਮੇਸ਼ਰ ਜੀ ਦੇ ਜਿਹੜੇ ਪਿਆਰੇ ਹੁੰਦੇ ਨੇ ਉਹ ਆਪ ਵੀ ਨਾਮ ਜਪਦੇ ਨੇ ਅਤੇ ਦੂਜਿਆਂ ਨੂੰ ਵੀ ਜਪਾਉਂਦੇ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ, ਹੋਈ ਭੁੱਲ ਗਾ ਤੇਰੀ ਮਾਫੀ ਦੀ, ਅਗਾਂਹ ਵਾਸਤੇ ਸਮਤ ਬਖਸ਼ਣੀ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ ਪਿਆਰਿਓ। ਸੋ ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਿਰਪਾ ਕਰਕੇ ਸਤਿਗੁਰੂ ਜੀ ਇਹ ਜੋ ਪਾਵਨ ਪਵਿੱਤਰ ਉਪਦੇਸ਼ ਹੈ ਸਾਡੇ ਦਿਲ ਵਿੱਚ ਵਸਾ ਦੇਣ, ਜਿਹਦੇ ਕਰਕੇ ਸਾਡਾ ਲੋਕ ਸੁਖੀਆ ਅਤੇ ਪ੍ਰਲੋਕ ਸੁਹੇਲਾ ਹੋਵੇ। ਆਉਣ ਵਾਲਾ ਸਮਾਂ ਮਹਾਰਾਜ ਸਾਹਿਬ ਮਿਹਰ ਕਰਕੇ, ਤਰਸ ਕਰਕੇ ਸਾਧਕਾ ਸੰਗ, ਨਾਮ ਕਾ ਰੰਗ, ਨਿਸ਼ਚੈ ਅਭੰਗ ਬਖਸ਼ਦਿਆਂ ਹੋਇਆਂ, ਸੇਵਾ ਤੇ ਸੇਵਾ ਸਿਮਰਨ ਦੀ ਦਾਤ ਬਖਸ਼ਦਿਆਂ ਹੋਇਆਂ ਬਤੀਤ ਕਰਵਾ ਲੈਣ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ, ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।